ਸਤਿ ਸ਼੍ਰੀ ਅਕਾਲ ਜੀ। ਵਿਰਾਸਤ ਟੀਵੀ ਵੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਕੈਨੇਡਾ ਨਿਊਜ਼ ਦੇ ਇਸ ਬੁਲੇਟਿਨ ਦੇ ਨਾਲ ਮੈਂ ਨਿਸ਼ੂ ਹਾਜ਼ਰ ਹਾਂ। ਇਸ ਬੁਲੇਟਿਨ ਦੇ ਸਪਾਂਸਰ ਨੇ ਦੁਆਬਾ ਸਵੀਟਸ ਐਂਡ ਰੈਸਟੋਰੈਂਟਸ, ਐਕਿਨੌਕਸ ਲੌਜਿਸਟਿਕਸ। असंतुष्ट लिबरल एमपीज़ ਵੱਲੋਂ ਟਰੂਡੋ ਦੀ ਲੀਡਰਸ਼ਿਪ ਬਾਬਤ ਗੁਪਤ ਵੋਟਿੰਗ ਦੀ ਮੰਗ। ਪੀਐਮ ਜਸਟਿਨ ਟਰੂਡੋ ਦੀ ਲੀਡਰਸ਼ਿਪ ਤੋਂ ਅਸੰਤੁਸ਼ਟ ਕੁਝ ਲਿਬਰਲ ਐਮਪੀਜ਼ ਵੱਲੋਂ ਲਿਬਰਲ ਕਾਕਸ ਨੂੰ ਇਸ ਬਾਬਤ ਗੁਪਤ ਵੋਟਿੰਗ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਟਰੂਡੋ ਵਿਰੋਧੀ ਐਮਪੀਜ਼ ਗੁਪਤ ਮੁਲਾਕਾਤਾਂ ਕਰ ਰਹੇ ਨੇ ਤਾਂ ਕਿ ਲਿਬਰਲ ਪਾਰਟੀ ਨੂੰ ਚੋਣਾਂ ਵਿੱਚ ਬਰਬਾਦ ਹੋਣ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੁਰਸੀ ਛੱਡਣ ਲਈ ਮਨਾ ਸਕਣ। 9 ਸਾਲ ਸਰਕਾਰ ਵਿੱਚ ਰਹਿਣ ਤੋਂ ਬਾਅਦ ਟਰੂਡੋ ਦੀ ਲੋਕਪ੍ਰਿਯਤਾ ਵਿੱਚ ਗਿਰਾਵਟ ਆਈ ਹੈ, ਜਿਵੇਂ ਕਿ ਨੈਸ਼ਨਲ ਪੋਲ ਸੁਝਾਅ ਦੇ ਰਹੇ ਨੇ ਕਿ ਲਿਬਰਲ ਪਾਰਟੀ ਅਗਲੀਆਂ ਚੋਣਾਂ ਵਿੱਚ ਹਾਰ ਵੱਲ ਵਧ ਰਹੀ ਹੈ। ਕੁਝ ਲਿਬਰਲ ਐਮਪੀਜ਼ ਨੇ ਲੰਘੇ ਹਫ਼ਤੇ ਪਾਰਟੀ ਦੀ ਰਾਸ਼ਟਰੀ ਕਾਕਸ ਦੀ ਮੀਟਿੰਗ ਵਿੱਚ ਟਰੂਡੋ ਦੀ ਲੀਡਰਸ਼ਿਪ ਪ੍ਰਤੀ ਸਪਸ਼ਟ ਅਸੰਤੁਸ਼ਟਤਾ ਜ਼ਾਹਰ ਕੀਤੀ ਹੈ। ਰੇਡੀਓ ਕੈਨੇਡਾ ਨੂੰ ਸੂਤਰਾਂ ਨੇ ਦੱਸਿਆ ਕਿ 24 ਐਮਪੀਜ਼ ਨੇ ਟਰੂਡੋ ਨੂੰ ਬਾਹਰ ਹੋਣ ਦੀ ਮੰਗ ਕਰਨ ਲਈ ਸਾਈਨ ਕੀਤੇ ਨੇ। ਲਿਬਰਲ ਐਮਪੀ ਯਵਾਨ ਬੇਕਰ ਨੇ ਕਿਹਾ ਕਿ ਬਹੁਤ ਸਾਰੇ ਪਾਰਲੀਮੈਂਟ ਮੈਂਬਰ ਲਿਬਰਲ ਅਤੇ ਕੈਨੇਡੀਅਨ ਮਹਿਸੂਸ ਕਰਦੇ ਨੇ ਕਿ ਅਗਲੀਆਂ ਇਲੈਕਸ਼ਨ ਵਿੱਚ ਲਿਬਰਲ ਪਾਰਟੀ ਦੀ ਅਗਵਾਈ ਕਿਸੇ ਹੋਰ ਨੂੰ ਕਰਨੀ ਚਾਹੀਦੀ ਹੈ। ਮੇਰੇ ਖਿਆਲ ਵਿੱਚ ਅੱਗੇ ਵਧਣ ਦਾ ਤਰੀਕਾ ਗੁਪਤ ਬੈਲਟ ਵੋਟਿੰਗ ਕਰਨਾ ਹੈ। ਮੈਨੂੰ ਲੱਗਦਾ ਹੈ ਕਿ ਪਾਰਟੀ ਅਤੇ ਦੇਸ਼ ਲਈ ਇਹ ਸਭ ਤੋਂ ਵਧੀਆ ਚੀਜ਼ ਹੈ। ਬੇਕਰ ਨੇ ਅੱਗੇ ਕਿਹਾ ਹੈ ਕਿ ਇਹ ਇੱਕ ਗੁਪਤ ਬੈਲਟ ਵੋਟ ਹੋਣੀ ਚਾਹੀਦੀ ਹੈ ਤਾਂ ਜੋ ਪਾਰਲੀਮੈਂਟ ਮੈਂਬਰ ਪ੍ਰਤੀਕਰਮ ਜਾਂ ਨਤੀਜਿਆਂ ਦੇ ਡਰ ਤੋਂ ਬਿਨਾਂ ਵੋਟ ਪਾ ਸਕਣ। ਬੇਕਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਟੀਮ ਨੇ ਕਈ ਮੌਕਿਆਂ ਤੇ ਕਿਹਾ ਹੈ ਕਿ ਉਹਨਾਂ ਨੂੰ ਕਾਕਸ ਦੀ ਵੱਡੀ ਬਹੁਗਿਣਤੀ ਦਾ ਸਮਰਥਨ ਪ੍ਰਾਪਤ ਹੈ, ਇਸ ਲਈ ਉਹਨਾਂ ਨੂੰ ਇਸ ਗੁਪਤ ਬੈਲਟ ਵੋਟਿੰਗ ਬਾਰੇ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ। ਲਿਬਰਲ ਐਮਪੀ ਸਮੀਰ ਜ਼ੁਬੈਰੀ ਨੇ ਗੁਪਤ ਬੈਲਟ ਵੋਟ ਲਈ ਬੇਕਰ ਦੇ ਸੱਦੇ ਨਾਲ ਸਹਿਮਤੀ ਪ੍ਰਗਟਾਈ ਹੈ। ਉਹਨੇ ਕਿਹਾ ਕਿ ਗੁਪਤ ਮਤਦਾਨ ਨਾਲ ਸਭ ਸਾਫ਼ ਹੋ ਜਾਵੇਗਾ, ਸਾਨੂੰ ਇਸ ਨੂੰ ਅੰਤਿਮ ਰੂਪ ਦੇਣ ਦੀ ਜ਼ਰੂਰਤ ਹੈ। ਮੈਨੂੰ ਲੱਗਦਾ ਹੈ ਕਿ ਇਹ ਇੱਕ ਪਾਰਟੀ ਵਜੋਂ ਇਸ ਤੋਂ ਅੱਗੇ ਵਧਣ ਵਿੱਚ ਸਾਡੀ ਮਦਦ ਕਰੇਗਾ। ਇਹ ਸਪਸ਼ਟ ਨਹੀਂ ਹੈ ਕਿ ਇਹ ਲਿਬਰਲ ਸੰਸਦ ਮੈਂਬਰ ਅਜਿਹਾ ਕਰ ਸਕਦੇ ਨੇ ਜਾਂ ਨਹੀਂ। ਐਕਟ ਦੇ ਤਹਿਤ ਜੇ 20% ਕਾਕਸ ਮੈਂਬਰ ਲੀਡਰਸ਼ਿਪ ਸਮੀਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸਾਈਨ ਕਰਦੇ ਨੇ ਤਾਂ ਵੋਟ ਸ਼ੁਰੂ ਹੋ ਜਾਂਦੀ ਹੈ। ਜੇ ਬਹੁਤ ਗਿਣਤੀ ਸੰਸਦ ਮੈਂਬਰ ਨੇਤਾ ਦੇ ਵਿਰੁੱਧ ਵੋਟ ਦਿੰਦੇ ਨੇ ਤਾਂ ਉਹਨਾਂ ਨੂੰ ਅਹੁਦੇ ਛੱਡਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਤਰੀਕਾ 2022 ਚ ਸਾਬਕਾ ਕੰਜ਼ਰਵੇਟਿਵ ਨੇਤਾ ਏਰਿਨ ਓਟੂਲ ਨੂੰ ਬਾਹਰ ਕੱਢਣ ਲਈ ਵਰਤਿਆ ਗਿਆ ਸੀ। ਲਿਬਰਲ ਪਾਰਟੀ ਕੋਲ ਇਸ ਦੇ ਸੰਵਿਧਾਨ ਵਿੱਚ ਲੀਡਰਸ਼ਿਪ ਅਡੋਸਮੈਂਟ ਬੈਲਟ ਵਿਕਲਪ ਹੈ। ਇਹ ਵਿਧੀ ਰਜਿਸਟਰਡ ਲਿਬਰਲਸ ਨੂੰ ਇਸ ਗੱਲ ਤੇ ਵੋਟ ਪਾਉਣ ਦੀ ਇਜਾਜ਼ਤ ਦਿੰਦੀ ਹੈ ਕਿ ਉਹ ਅਜੇ ਵੀ ਪਾਰਟੀ ਦੇ ਰਾਸ਼ਟਰੀ ਸੰਮੇਲਨ ਵਿੱਚ ਮੌਜੂਦਾ ਨੇਤਾ ਦਾ ਸਮਰਥਨ ਕਰਦੇ ਨੇ, ਪਰ ਵੋਟ ਤਾਂ ਹੀ ਸ਼ੁਰੂ ਹੁੰਦੀ ਹੈ ਜੇਕਰ ਪਾਰਟੀ ਆਮ ਚੋਣਾਂ 'ਚ ਹਾਰ ਜਾਂਦੀ ਹੈ। ਅੰਟਾਰੀਓ ਵੱਲੋਂ ਕੈਨੇਡਾ ਸਰਕਾਰ ਨੂੰ ਜ਼ਮਾਨਤ ਪ੍ਰਣਾਲੀ 'ਚ ਹੋਰ ਸੁਧਾਰ ਕਰਨ ਦੀ ਮੰਗ। Federal government's go easy on crime approach has resulted in a failed catch and release bail system, and it's not working, and they know it. ਅੰਟਾਰੀਓ ਵੱਲੋਂ ਮੰਗ ਕੀਤੀ ਗਈ ਹੈ ਕਿ ਫੈਡਰਲ ਗਵਰਨਮੈਂਟ ਕੈਨੇਡਾ ਦੇ ਕ੍ਰਿਮੀਨਲ ਕੋਡ ਵਿੱਚ ਜ਼ਮਾਨਤ ਬਾਬਤ ਕੁਝ ਤਬਦੀਲੀਆਂ ਕਰੇ ਤੇ ਕੁਝ ਅਪਰਾਧਾਂ 'ਚ ਜ਼ਮਾਨਤ ਦਿੱਤੇ ਜਾਣ ਦੇ ਮੌਕੇ ਨੂੰ ਖਤਮ ਕਰੇ। ਇੱਕ ਨਿਊਜ਼ ਕਾਨਫਰੰਸ ਦੌਰਾਨ ਸੋਲਿਸਿਟਰ ਜਨਰਲ ਮਾਈਕਲ ਕਜ਼ਨਰ ਨੇ ਕਿਹਾ ਹੈ ਕਿ ਬਹੁਤ ਸਾਰੇ ਅਪਰਾਧ ਅਜਿਹੇ ਵਿਅਕਤੀਆਂ ਦੁਆਰਾ ਕੀਤੇ ਜਾ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਕੋਈ ਅਪਰਾਧ ਕੀਤਾ ਹੁੰਦਾ ਤੇ ਉਹ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਹੁੰਦੇ ਨੇ। ਉਹਨਾਂ ਨੇ ਲਿਬਰਲ ਸਰਕਾਰ ਤੇ ਅਪਰਾਧੀਆਂ ਪ੍ਰਤੀ ਨਰਮ ਪਹੁੰਚ ਰੱਖਣ ਦਾ ਇਲਜ਼ਾਮ ਵੀ ਲਗਾਇਆ ਤੇ ਕਿਹਾ ਹੈ ਕਿ ਇਸ ਪਹੁੰਚ ਦੇ ਨਤੀਜੇ ਵਜੋਂ ਜ਼ਮਾਨਤ ਪ੍ਰਣਾਲੀ ਫੜੋ ਤੇ ਛੱਡੋ ਵਾਲੀ ਬਣ ਗਈ ਹੈ। ਕੈਨੇਡਾ ਦੇ ਨਿਆਂ ਮੰਤਰੀ ਅਤੇ ਲੋਕ ਸੁਰੱਖਿਆ ਮੰਤਰੀ ਨੂੰ ਭੇਜੇ ਇੱਕ ਜਨਤਕ ਪੱਤਰ ਵਿੱਚ ਕਜ਼ਨਰ ਨੇ ਕਈ ਜ਼ਮਾਨਤ ਸੁਧਾਰਾਂ ਦੀ ਮੰਗ ਕੀਤੀ ਹੈ, ਜਿਨ੍ਹਾਂ ਵਿੱਚ ਸੋਮਵਾਰ ਦਾ ਪੱਤਰ ਸੂਬਾਈ ਅਤੇ ਖੇਤਰੀ ਪ੍ਰੀਮੀਅਰਾਂ ਦੁਆਰਾ ਜ਼ਮਾਨਤ ਤੇ ਬਾਹਰ ਨਿਕਲੇ ਅਪਰਾਧੀਆਂ ਦੁਆਰਾ ਕਥਿਤ ਤੌਰ ਤੇ ਕੀਤੇ ਗਏ ਅਪਰਾਧਾਂ ਦੀਆਂ ਕਈ ਹਾਈ ਪ੍ਰੋਫਾਈਲ ਘਟਨਾਵਾਂ, ਜਿਸ ਵਿੱਚ 2022 ਚ OPP ਦੇ ਕਾਂਸਟੇਬਲ ਗ੍ਰੇਗੋਰਸ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਵੀ ਸ਼ਾਮਲ ਹੈ। ਦੇ ਮੱਦੇਨਜ਼ਰ ਸਖਤ ਜ਼ਮਾਨਤ ਉਪਾਵਾਂ ਦਾ ਕਾਨੂੰਨ ਬਣਾਉਣ ਲਈ ਕੈਨੇਡਾ ਗਵਰਨਮੈਂਟ ਲਈ ਜਾਰੀ ਦਬਾਅ ਦੀ ਤਾਜ਼ਾ ਉਦਾਹਰਨ ਹੈ। ਜਵਾਬ ਵਿੱਚ ਫੈਡਰਲ ਸਰਕਾਰ ਨੇ ਪਿਛਲੇ ਸਾਲ ਬਿੱਲ C48 ਪਾਸ ਕੀਤਾ ਸੀ। ਇਹ ਕਾਨੂੰਨ ਰਿਵਰਸ ਓਨਸ ਦਾ ਵਿਸਤਾਰ ਕਰਦਾ ਹੈ, ਭਾਵ ਇੱਕ ਉਲਟੀ ਜ਼ਿੰਮੇਵਾਰੀ ਸ਼ਾਮਲ ਕਰਦਾ ਹੈ, ਜਿਸ ਦਾ ਮਤਲਬ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਅਪਰਾਧਾਂ ਲਈ ਚਾਰਜ ਕੀਤਾ ਗਿਆ ਹੋਵੇਗਾ ਉਹਨਾਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਮੁਕੱਦਮੇ ਤੋਂ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਕਿਉਂ ਜਾਇਜ਼ ਨਹੀਂ
ਹੈ ਅਤੇ ਉਹਨਾਂ ਨੂੰ ਕਿਉਂ ਜ਼ਮਾਨਤ ਦਿੱਤੀ ਜਾਵੇ। ਆਟੋ ਚੋਰੀ ਅਤੇ ਜ਼ਮਾਨਤ ਸੁਧਾਰ ਦੇ ਐਸੋਸੀਏਟ ਮੰਤਰੀ ਗ੍ਰਾਹਮ, ਜਿਨ੍ਹਾਂ ਨੂੰ ਜੂਨ ਵਿੱਚ ਨਿਯੁਕਤ ਕੀਤਾ ਗਿਆ ਸੀ, ਨੇ ਕਰਜ਼ਨਰ ਨਾਲ ਬੋਲਦਿਆਂ ਕਿਹਾ ਹੈ ਕਿ ਉਕਤ ਕਾਨੂੰਨ ਸਮੱਸਿਆ ਨੂੰ ਸੁਧਾਰਨ ਦੀ ਕੋਸ਼ਿਸ਼ ਸੀ, ਪਰ ਇਹ ਕਾਫੀ ਨਹੀਂ ਹੈ। ਉਹਨਾਂ ਕਿਹਾ ਕਿ ਅੰਟਾਰੀਓ ਦੇ ਪਰਿਵਾਰ ਉਹਨਾਂ ਕੋਲੋਂ ਬਿੱਲ C48 ਤੋਂ ਵਧੇਰੇ ਦੀ ਉਮੀਦ ਕਰਦੇ ਨੇ। ਇੱਕ ਈਮੇਲ ਬਿਆਨ ਵਿੱਚ ਫੈਡਰਲ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਆਰਿਫ ਨੇ ਕਿਹਾ ਹੈ ਕਿ ਇਹ ਨਿਰਾਸ਼ਾਜਨਕ ਹੈ ਕਿ ਮੈਕਗ੍ਰੇਗਰ ਨੇ ਰਾਜਨੀਤੀਕਰਨ ਦੀ ਚੋਣ ਕੀਤੀ ਹੈ, ਕਿਉਂਕਿ ਸੂਬਾਈ ਮੰਤਰੀ ਨੇ ਕਦੇ ਵੀ ਵਿਅਕਤੀਗਤ ਤੌਰ ਤੇ ਜ਼ਮਾਨਤ ਸੁਧਾਰਾਂ ਤੇ ਚਰਚਾ ਕਰਨ ਦੇ ਸੱਦੇ ਦਾ ਜਵਾਬ ਨਹੀਂ ਦਿੱਤਾ ਹੈ। ਵਿਰਾਨੀ ਦੇ ਦਫ਼ਤਰ ਨੇ 9 ਅਕਤੂਬਰ ਨੂੰ ਦਿੱਤੇ ਸੱਦੇ ਦੀ ਇੱਕ ਕਾਪੀ ਈਮੇਲ ਵਿੱਚ ਸ਼ਾਮਿਲ ਕੀਤੀ ਹੈ। ਸੂਬਾਈ ਜੇਲ੍ਹਾਂ ਵਿੱਚ ਉਹ ਲੋਕ ਹੁੰਦੇ ਨੇ ਜੋ ਕਿਸੇ ਅਪਰਾਧ ਵਿੱਚ ਸ਼ੱਕੀ ਹੁੰਦੇ ਨੇ ਅਤੇ ਜਿਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ ਹੁੰਦੀ। ਨਾਲ ਹੀ 2 ਸਾਲ ਤੋਂ ਘੱਟ ਸਜ਼ਾ ਵਾਲੇ ਲੋਕਾਂ ਨੂੰ ਸੂਬਾਈ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ। 2 ਸਾਲ ਜਾਂ ਇਸ ਤੋਂ ਵੱਧ ਸਮੇਂ ਦੀ ਸਜ਼ਾ ਵਾਲੇ ਕੈਦੀਆਂ ਨੂੰ ਫੈਡਰਲ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ। ਲੱਖਾਂ ਟੈਕਸ ਦਾਤਾਵਾਂ ਦੇ ਖਾਤੇ ਹੈਕ, CRA ਨੇ ਜਾਲੀ ਰਿਫੰਡਾਂ 'ਚ ਭੁਗਤਾਏ ਕਈ ਮਿਲੀਅਨ ਡਾਲਰ। ਇਸ ਸਾਲ ਦੇ ਟੈਕਸ ਸੀਜ਼ਨ ਦੌਰਾਨ ਕੈਨੇਡਾ ਰੈਵਨਿਊ ਏਜੰਸੀ ਨੇ ਪਾਇਆ ਹੈ ਕਿ ਹੈਕਰਾਂ ਨੇ ਦੇਸ਼ ਦੀ ਸਭ ਤੋਂ ਵੱਡੀ ਟੈਕਸ ਡਾਕੂਮੈਂਟ ਤਿਆਰ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਇੱਕ H&R ਬਲਾਕ ਕੈਨੇਡਾ ਦੁਆਰਾ ਵਰਤਿਆ ਗਿਆ ਗੁਪਤ ਡੇਟਾ ਚੋਰੀ ਕੀਤਾ ਸੀ। CRA ਨੇ ਸਵੀਕਾਰਿਆ ਕਿ ਕੈਨੇਡੀਅਨ ਟੈਕਸ ਦਾਤਾਵਾਂ ਖਿਲਾਫ ਸਾਈਬਰ ਹਮਲਿਆਂ ਬਾਰੇ ਪਾਰਲੀਮੈਂਟ ਨੂੰ ਬਹੁਤ ਘੱਟ ਦੱਸਿਆ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਹੈਕਰਾਂ ਨੇ ਸੈਂਕੜੇ ਕੈਨੇਡੀਅਨਸ ਦੇ ਨਿੱਜੀ CRA ਖਾਤਿਆਂ ਤੱਕ ਅਣਅਧਿਕਾਰਤ ਪਹੁੰਚ ਕਰਨ, ਖਾਤਿਆਂ ਵਿੱਚ ਸਿੱਧੇ ਭੁਗਤਾਨ ਦੀ ਜਾਣਕਾਰੀ ਨੂੰ ਬਦਲਣ, ਝੂਠੀਆਂ ਰਿਟਰਨਾਂ ਜਮ੍ਹਾਂ ਕਰਨ ਅਤੇ ਸਰਕਾਰੀ ਖਜ਼ਾਨੇ ਵਿੱਚੋਂ 6 ਮਿਲੀਅਨ ਡਾਲਰ ਤੋਂ ਵੱਧ ਜਾਲੀ ਰਿਫੰਡ ਪ੍ਰਾਪਤ ਕਰਨ ਲਈ ਕੰਪਨੀ ਦੇ ਗੁਪਤ ਡਾਕੂਮੈਂਟਸ ਦੀ ਵਰਤੋਂ ਕੀਤੀ ਹੈ। H&R ਬਲਾਕ ਨੇ ਕਿਹਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਹੈਕਿੰਗ ਉਹਨਾਂ ਦੀ ਰਾਹੀਂ ਹੋਈ ਹੈ। ਟੈਕਸ ਫਰਮ ਨੇ ਕਿਹਾ ਹੈ ਕਿ ਇੱਕ ਵਿਆਪਕ ਅੰਦਰੂਨੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਉਸ ਦੇ ਕਿਸੇ ਵੀ ਡੇਟਾ ਸਿਸਟਮ, ਸੌਫਟਵੇਅਰ ਅਤੇ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਸੀ। H&R ਬਲਾਕ ਨੇ ਕਿਹਾ ਹੈ ਕਿ ਕੰਪਨੀ ਨਹੀਂ ਜਾਣਦੀ ਕਿ ਇਸ ਉਲੰਘਣਾ ਤੋਂ ਪ੍ਰਭਾਵਿਤ ਕੈਨੇਡੀਅਨ ਟੈਕਸ ਦਾਤਾ ਉਸ ਦੇ ਆਪਣੇ ਕਲਾਇੰਟਸ ਵਿੱਚੋਂ ਕੋਈ ਸਨ ਜਾਂ ਨਹੀਂ। ਸੂਤਰਾਂ ਅਨੁਸਾਰ ਇਸ ਕਰਕੇ CRA ਨੇ ਖਜ਼ਾਨਾ ਮੰਤਰੀ ਮੈਰੀ ਕਲੌਡ ਬੀਬੋ ਦੀ ਦਫ਼ਤਰ ਨਾਲ ਸੰਪਰਕ ਕੀਤਾ। ਬੀਬੋ ਨੇ ਇੰਟਰਵਿਊ ਲਈ ਦ ਫਿਫਥ ਅਸਟੇਟ ਦੀ ਬੇਨਤੀ ਨੂੰ ਠੁਕਰਾ ਦਿੱਤਾ। ਸੂਤਰਾਂ ਦੇ ਅਨੁਸਾਰ CRA ਹੈਕਰਾਂ ਦੀ ਪਛਾਣ ਕਰਨ ਵਿੱਚ ਅਸਫਲ ਹੈ, ਪਰ ਉਸਨੇ ਆਪਣੇ ਸਿਸਟਮ ਵਿੱਚ ਚੂਕ ਜਾਂ ਕਿਸੇ ਅੰਦਰੂਨੀ ਸ਼ਮੂਲੀਅਤ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਡੇਟਾ ਨੂੰ ਕਿਸੇ ਨੇ ਹੈਕ ਕੀਤਾ ਅਤੇ ਕਿੱਥੋਂ ਹੈਕ ਕੀਤਾ, ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਖਜ਼ਾਨਾ ਮੰਤਰੀ ਅਤੇ CRA ਦੇ ਮੀਡੀਆ ਰਿਲੇਸ਼ਨ ਦਫ਼ਤਰ ਦੋਵਾਂ ਨੇ H&R ਬਲਾਕ ਡੇਟਾ ਉਲੰਘਣਾ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੈ। ਦ ਫਿਫਥ ਐਸਟੇਟ ਅਤੇ ਰੇਡੀਓ ਕੈਨੇਡਾ ਦੁਆਰਾ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਹੈ ਕਿ H&R ਡੇਟਾ ਚੋਰੀ ਅਜਿਹੀਆਂ ਇਕਲੌਤੀ ਘਟਨਾ ਨਹੀਂ ਹੈ, ਸਗੋਂ ਅਜਿਹੀਆਂ ਕਈ ਚੂਕਾਂ ਤੋਂ CRA ਪ੍ਰਭਾਵਿਤ ਹੋਈ ਹੈ। ਆਡੀਟਰ ਅਤੇ ਜਾਂਚਕਰਤਾਵਾਂ ਨੂੰ ਚਿੰਤਾ ਹੈ ਕਿ ਜਨਤਾ ਦਾ ਆਪਣੇ ਟੈਕਸ ਭੁਗਤਾਨ ਅਤੇ ਨਿੱਜੀ ਜਾਣਕਾਰੀ ਦੀ ਰਾਖੀ ਕਰਨ ਵਾਲੀ ਏਜੰਸੀ ਤੋਂ ਭਰੋਸਾ ਉੱਠ ਸਕਦਾ ਹੈ। ਦ ਫਿਫਥ ਸਟੇਟ ਰੇਡੀਓ ਕੈਨੇਡਾ ਦੀ ਜਾਂਚ ਨੇ ਪਾਇਆ ਹੈ ਕਿ ਵੱਡੇ ਪੱਧਰ ਤੇ ਡੇਟਾ ਚੋਰੀ ਹੋਣ ਅਤੇ ਇਸ ਧੋਖਾਧੜੀ ਦਾ ਪਤਾ ਲਗਾਉਣ ਵਿੱਚ CRA ਦੀ ਸਮਰੱਥਾ ਦੀਆਂ ਖਾਮੀਆਂ ਬਾਰੇ ਆਮ ਜਨਤਾ ਨੂੰ ਹਨੇਰੇ ਵਿੱਚ ਰੱਖਿਆ ਜਾ ਰਿਹਾ ਹੈ। ਕਿਊਬੈਕ ਦੀ ਲਵੈਲ ਯੂਨੀਵਰਸਿਟੀ ਵਿੱਚ ਕਾਨੂੰਨ ਵਿਭਾਗ ਦੇ ਪ੍ਰੋਫੈਸਰ ਆਂਡਰੇ ਲੋਰੇ ਨੇ ਕਿਹਾ ਹੈ ਕਿ ਉਹ ਘੁਟਾਲੇ ਕਰਨ ਵਾਲਿਆਂ ਨੂੰ ਅਦਾ ਕੀਤੀ ਜਾਲੀ ਰਿਫੰਡਾਂ ਦੀ ਰਕਮ ਬਾਰੇ ਚਿੰਤਤ ਨੇ। ਉਹਨਾਂ ਇਹ ਵੀ ਕਿਹਾ ਹੈ ਕਿ ਸਮੱਸਿਆ ਕਿੰਨੀ ਵਿਸ਼ਾਲ ਹੈ, ਨਿਰਧਾਰਿਤ ਕਰਨ ਅਤੇ CRA ਤੇ ਸੰਬੰਧਿਤ ਮੰਤਰੀ ਤੋਂ ਜਵਾਬ ਤਲਬ ਕਰਨ ਲਈ ਪਾਰਲੀਮਾਨੀ ਜਾਂਚ ਹੋਣੀ ਚਾਹੀਦੀ ਹੈ। ਆਂਡਰੇ ਨੇ ਕਿਹਾ ਹੈ ਕਿ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਦਰਅਸਲ ਕੀ ਵਾਪਰਿਆ ਹੈ ਅਤੇ ਕਿੰਨੀ ਰਾਸ਼ੀ ਸ਼ਾਮਲ ਹੈ। ਪੋਲੀਐਵ ਵੱਲੋਂ $1 ਮਿਲੀਅਨ ਤੋਂ ਘੱਟ ਦੇ ਘਰ ਦੀ ਵਿਕਰੀ ਤੇ GST ਹਟਾਉਣ ਦਾ ਵਾਅਦਾ। When you buy a new home today, more of the money you spend goes to bureaucrats than goes to the carpenters, electricians, and plumbers who actually build the house. ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਵਾਅਦਾ ਕੀਤਾ ਹੈ ਕਿ ਜੇ ਉਹਨਾਂ ਦੀ ਪਾਰਟੀ ਅਗਲੀਆਂ ਫੈਡਰਲ ਚੋਣਾਂ ਜਿੱਤਦੀ ਹੈ ਤਾਂ $1 ਮਿਲੀਅਨ ਤੋਂ ਘੱਟ ਦੇ ਨਵੇਂ ਘਰਾਂ ਦੀ ਵਿਕਰੀ ਤੇ GST ਨੂੰ ਖਤਮ ਕਰ ਦਿੱਤਾ ਜਾਵੇਗਾ। ਸੋਮਵਾਰ ਨੂੰ ਚੋਣ ਮੁਹਿੰਮ ਸਟਾਈਲ ਦੀ ਵੀਡੀਓ ਜਾਰੀ ਕਰਦਿਆਂ ਪੋਲੀਏਵ ਨੇ ਇਹ ਐਲਾਨ ਕੀਤਾ ਹੈ। ਅੱਜ ਓਟਾਵਾ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਪੋਲੀਏਵ ਆਪਣੀ ਇਸ ਯੋਜਨਾ ਬਾਰੇ ਹੋਰ ਵੇਰਵੇ ਸਾਂਝੇ ਕਰਨਗੇ। ਕੰਜ਼ਰਵੇਟਿਵਸ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਕੰਜ਼ਰਵੇਟਿਵਸ ਨੂੰ $80 ਲੱਖ ਦੇ ਘਰ ਤੇ 40,000 ਦੀ
ਡਾਲਰ ਦੀ ਬਚਤ ਹੋਵੇਗੀ ਤੇ ਹਰ ਸਾਲ ਕੈਨੇਡਾ 'ਚ ਵਾਧੂ 30,000 ਘਰਾਂ ਦੀ ਉਸਾਰੀ ਨੂੰ ਹੁਲਾਰਾ ਵੀ ਮਿਲੇਗਾ। ਇਸ ਤੋਂ ਪਹਿਲਾਂ ਪਲੇਵ ਮਾਰਕੀਟ ਕੀਮਤ ਤੋਂ ਘੱਟ ਕਿਰਾਇਆ ਲੈਣ ਲਈ ਬਣੇ ਨਵੇਂ ਘਰਾਂ ਦੀ ਉਸਾਰੀ ਤੇ ਵੀ GST ਖਤਮ ਕਰਨ ਦਾ ਵਾਅਦਾ ਕਰ ਚੁੱਕੇ ਨੇ। ਪਿਛਲੇ ਸਾਲ ਸਤੰਬਰ ਵਿੱਚ ਲਿਬਰਲ ਸਰਕਾਰ ਨੇ ਨਵੇਂ ਰੈਂਟਲ ਹਾਊਸ ਪ੍ਰੋਜੈਕਟਾਂ ਲਈ GST ਖਤਮ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਨੇ ਕਿਹਾ ਸੀ ਕਿ ਫੈਸਲੇ ਦਾ ਮਤਲਬ ਹੈ ਕਿ 5 ਲੱਖ ਡਾਲਰ ਦੀ ਕੀਮਤ ਵਾਲੇ 2 ਬੈੱਡਰੂਮ ਵਾਲੇ ਕਿਰਾਏ ਦਾ ਯੂਨਿਟ ਖਰੀਦਣ ਵਾਲੇ ਨੂੰ ਲਗਭਗ 25,000 ਡਾਲਰ ਦੀ ਟੈਕਸ ਛੋਟ ਮਿਲੇਗੀ। ਟਰੂਡੋ ਲਈ ਕਾਕਸ ਨੂੰ ਲੀਡਰਸ਼ਿਪ ਬਾਰੇ ਜਵਾਬ ਦੇਣ ਦੀ ਡੈਡਲਾਈਨ ਅੱਜ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਐਮਪੀਜ਼ ਦੇ ਇੱਕ ਸਮੂਹ ਵੱਲੋਂ ਪਾਰਟੀ ਲੀਡਰ ਦੇ ਤੌਰ ਤੇ ਅਸਤੀਫਾ ਦੇਣ ਦੀ ਮੰਗ ਦਾ ਜਵਾਬ ਦੇਣ ਵਾਲੇ ਨੇ। ਹਾਲਾਂਕਿ ਟਰੂਡੋ ਨੇ ਪਹਿਲਾਂ ਹੀ ਆਪਣੀਆਂ ਯੋਜਨਾਵਾਂ ਸਪਸ਼ਟ ਕਰ ਦਿੱਤੀਆਂ ਨੇ। ਬੁੱਧਵਾਰ ਨੂੰ ਲਿਬਰਲ ਕਾਕਸ ਦੀ ਮੀਟਿੰਗ ਦੌਰਾਨ 24 ਐਮਪੀਜ਼ ਨੇ ਟਰੂਡੋ ਨੂੰ ਇੱਕ ਪੱਤਰ ਸੌਂਪ ਕੇ ਉਹਨਾਂ ਨੂੰ ਅਹੁਦਾ ਛੱਡਣ ਲਈ ਆਖਿਆ ਸੀ। ਇਸ ਬਾਰੇ ਫੈਸਲਾ ਕਰਨ ਲਈ ਸੋਮਵਾਰ ਤੱਕ ਦਾ ਸਮਾਂ ਦਿੱਤਾ ਸੀ, ਪਰ ਪ੍ਰਧਾਨ ਮੰਤਰੀ ਨੇ ਅਗਲੇ ਦਿਨ ਹੀ ਗੱਲ ਕਰਦਿਆਂ ਕਿਹਾ ਸੀ ਕਿ ਉਹਨਾਂ ਦਾ ਅਹੁਦੇ ਤੇ ਬਣੇ ਰਹਿਣ ਦਾ ਇਰਾਦਾ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਟਰੂਡੋ ਦੀ ਲੀਡਰਸ਼ਿਪ ਦੇ ਵਿਰੁੱਧ ਹੋਏ ਐਮਪੀ ਉਹਨਾਂ ਦੇ ਅਹੁਦਾ ਨਾ ਛੱਡਣ ਤੇ ਕੀ ਕਰਨਗੇ। ਇਹਨਾਂ ਅਸੰਤੁਸ਼ਟ ਐਮਪੀਜ਼ ਤੋਂ ਬਹੁਤਿਆਂ ਨੇ ਜਨਤਕ ਤੌਰ ਤੇ ਆਪਣੇ ਨਾਮ ਗੁਪਤ ਵੀ ਰੱਖੇ ਨੇ। ਟਰੂਡੋ ਸਰਕਾਰ ਦੀ ਮੰਗਲਵਾਰ ਨੂੰ ਅਜ਼ਮਾਇਸ਼ ਵੀ ਹੋਣੀ ਹੈ ਜਦੋਂ ਬਲਾਕ ਕਿਊਬੈਕਵਾ ਵੱਲੋਂ 2 ਕਾਨੂੰਨਾਂ ਬਜ਼ੁਰਗਾਂ ਲਈ 올ਡ ਏਜ ਸਿਕਿਉਰਿਟੀ ਭੁਗਤਾਨ ਨੂੰ ਵਧਾਉਣ ਅਤੇ ਸਪਲਾਈ ਪ੍ਰਬੰਧਨ ਨੂੰ ਮਜ਼ਬੂਤ ਕਰਨ ਨੂੰ ਪਾਸ ਕਰਨ ਦੀ ਦਿੱਤੀ ਡੈਡਲਾਈਨ ਪੂਰੀ ਹੋ ਰਹੀ ਹੈ। ਬਲਾਕ ਲੀਡਰ ਈਵ ਫ੍ਰਾਂਸੋਆ ਬਲਾਂਸ਼ੀ ਨੇ ਧਮਕੀ ਦਿੱਤੀ ਹੈ ਕਿ ਜੇ ਲਿਬਰਲਸ ਅਜਿਹਾ ਨਹੀਂ ਕਰਦੇ ਤਾਂ ਬਲਾਕ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਡੇਗਣ ਬਾਰੇ ਹੋਰ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਸ਼ੁਰੂ ਕਰ ਦੇਵੇਗਾ। ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤ ਹੁੰਦੀਆਂ ਨੇ। ਫਿਰ ਹੋਵਾਂਗੇ ਹਾਜ਼ਰ ਨਵੇਂ ਅਪਡੇਟਸ ਦੇ ਨਾਲ। ਉਦੋਂ ਤੱਕ ਮੈਨੂੰ ਨਿਸ਼ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।